ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਸੁਖਬੀਰ ਸਿੰਘ ਬਾਦਲ ਤੋਂ। ਸੁਖਬੀਰ ਦੇ ਸੀਏ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਤੇ ਚਰਚਾਵਾਂ ਇਹ ਚੱਲ ਪਈਆਂ ਨੇ ਕਿ ਅੱਜ ਸੁਖਬੀਰ ਦੇ ਪੀਏ ਦੀ ਵਾਰੀ ਹੈ ਤੇ ਕੱਲ ਨੂੰ ਹੋ ਸਕਦਾ ਸੁਖਬੀਰ ਦੀ ਵੀ ਵਾਰੀ ਆ ਜਾਏ ਜੀ। ਬਿਲਕੁਲ ਜੀ। 328 ਲਾਪਤਾ ਪਵਨ ਸਰੂਪ ਦੇ ਮਾਮਲੇ ਦੇ ਵਿੱਚ ਜੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਹੁਕਮਾਂ ਦੇ ਉੱਤੇ ਕੱਟੀ ਗਈ FIR ਦੇ 25 ਦਿਨਾਂ ਬਾਅਦ ਇਸ ਮਾਮਲੇ 'ਚ ਪਹਿਲੀ ਗ੍ਰਿਫਤਾਰੀ ਔਰ ਉਹ ਗ੍ਰਿਫਤਾਰੀ ਵੀ SS ਸਤਿੰਦਰ ਸਿੰਘ ਕੋਹਲੀ ਜੀ ਜਿਨ੍ਹਾਂ ਦੀ ਨਿਯੁਕਤੀ SGPC 'ਚ ਮਤਲਬ ਵੱਡੀ ਵਿਵਾਦਤ ਵੀ ਰਹੀ। 3.5 ਲੱਖ ਤਨਖਾਹ ਹੈ ਜੀ, ਫਿਰ ਲੱਖਾਂ ਰੁਪਈਆ ਉਸਨੂੰ ਭੇਟਾ ਤੇ ਖਾਤਿਆਂ ਦਾ ਮਿਲਾਨ ਕਹਿੰਦੇ ਤਾਂ ਵੀ ਸਹੀ ਨਹੀਂ, ਕੰਮ ਤਾਂ ਵੀ ਦਰੁਸਤ ਨਹੀਂ। 2014 'ਚ ਵੀ ਉਹਨੂੰ ਹਟਾ ਦਿੱਤਾ ਗਿਆ ਸੀ। ਫਿਰ ਕਿਹੜਾ ਦਬਾਅ ਸੀ ਇਹੋ ਜਿਹਾ ਕਿ ਉਹਦੀ ਫਿਰ ਬਹਾਲੀ ਹੋ ਗਈ। 2020 ਦੇ ਵਿੱਚ ਫਿਰ ਉਹ ਕਰ ਗਿਆ। ਅਸਲ 'ਚ ਕਿਹਾ ਜਾਂਦਾ ਕਿ ਸਤਿੰਦਰ ਸਿੰਘ ਕੋਹਲੀ ਸੁਖਬੀਰ ਬਾਦਲ ਦਾ ਨੇੜਲਾ ਜੀ ਜੀ। ਤੁਸੀਂ ਇਹ ਦੇਖੋ ਕਿ ਕੱਲ ਕਾਰਵਾਈ 328 ਪਵਨ ਸਰੂਪਾਂ ਦੇ ਮਾਮਲੇ 'ਚ ਹੋਈ ਹੈ ਕਿ ਜੀ ਇਹ ਵਿਅਕਤੀ ਸੀਗਾ ਜਿਹਦੇ ਕੋਲ ਜ਼ਿੰਮੇਵਾਰੀ ਸੀ ਆਡਿਟ ਦੀ, ਸਾਰਾ ਕੁਝ ਸੀ। ਜੇ ਉਹਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤਾਂ ਇਹਦਾ ਮਤਲਬ ਉਹ ਸ਼ਾਮਲ ਹੈ ਸਾਜ਼ਿਸ਼ ਦੇ ਵਿੱਚ। ਇਸ ਲਈ ਕਾਰਵਾਈ ਉਹ ਤੋਂ ਸ਼ੁਰੂ ਹੋਈ ਆ। ਦੂਏ ਪਾਸੇ ਇਹ ਗੱਲ ਇਹਦੇ ਨਾਲੋਂ ਵੀ ਜ਼ਿਆਦਾ ਵੱਡੀ ਮਤਲਬ ਮੀਡੀਆ 'ਚ ਉੱਭਰੀ ਜਾਂ ਉਭਾਰੀ ਗਈ ਕਿ ਵੀ ਇਹ ਸੁਖਬੀਰ ਦਾ ਨੇੜਲਾ ਜੀ ਜੀ, ਇਹ ਸੁਖਬੀਰ ਦਾ ਖਾਸ ਹੈ ਤੇ ਇਹ ਮਤਲਬ ਕਿ ਸੁਖਬੀਰ ਦੇ ਵੀ ਖਾਤਿਆਂ ਦਾ ਕੰਮ ਕਰ ਇਹੀ ਦੇਖਦਾ। ਸੁਖਬੀਰ ਨੇ ਇਹਦੀ ਨਿਯੁਕਤੀ SGPC 'ਚ ਕਰਾਈ, ਸੁਖਬੀਰ ਦੇ ਕਹੇ ਤੇ ਇਹਨੂੰ ਰੱਖਿਆ ਗਿਆ। ਦੁਬਾਰਾ ਇਹਦੀ ਬਹਾਲੀ ਉਹਨਾਂ ਨੇ ਕਰਾਈ। ਮੋਟੀ ਤਨਖਾਹ ਉਹ ਦਵਾਉਂਦੇ ਸੀ, ਕੰਮ ਆਪਣਾ ਕਰਵਾਉਂਦੇ ਸੀ, ਤਨਖਾਹ ਇੱਧਰੋਂ ਜਾਂਦੀ ਸੀ। ਬਹੁਤ ਤਰ੍ਹਾਂ ਦੀਆਂ ਹਲੇ ਇਹ ਗੱਲਾਂ ਉੱਭਰੀਆਂ। ਇਹ ਗੱਲ ਕੀ ਆਪ ਮਾਹਰੀ ਮੀਡੀਆ ਨੇ ਆਪਣੇ ਸੋਰਸਾਂ ਨਾਲ ਲੱਭ ਕੇ ਗੱਲ ਕੀਤੀ ਜਾਂ ਜਿਹੜੀ ਸਰਕਾਰ ਨੇ, ਜਿਹੜੀ ਪੁਲਿਸ ਨੇ FIR ਤੋਂ ਬਾਅਦ ਇਹਦੀ ਗ੍ਰਿਫਤਾਰੀ ਕੀਤੀ, ਉਹਨਾਂ ਨੇ ਇਹ ਸਾਰਾ ਡਾਕੂਮੈਂਟ ਤਿਆਰ ਕਰਕੇ ਦਿੱਤਾ ਆਪਣੇ ਖਾਸ ਮੀਡੀਆ ਨੂੰ ਕਿ ਇਸ ਤਰੀਕੇ ਨਾਲੇ ਬੋਲੋ? ਕਿਉਂਕਿ ਇਹਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਅਕਾਲੀ ਦਲ ਦੇ ਅੰਦਰ ਹਲਚਲ ਹੈ, SGPC ਬੈਕਫੁੱਟ ਤੇ ਇੱਕ ਤਰ੍ਹਾਂ ਨਾਲ, ਉੱਥੇ ਅਕਾਲੀ ਦਲ ਇਹ ਨਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਕਿ ਦੇਖੋ ਜੀ ਇਹਦਾ ਮਤਲਬ ਅਸੀਂ 227 ਚ ਆ ਰਹੇ ਹਾਂ ਤਾਂ ਸਰਕਾਰ ਤਾਂ ਸਾਡੇ ਹੀ ਮਗਰ ਲੱਗੀ ਹੈ। ਸਹੀ ਹੈ, ਬਿਲਕੁਲ। ਉਹ ਇਸ ਨੂੰ ਇਸ ਕਾਰਵਾਈ ਵਜੋਂ ਨਹੀਂ ਕਹਿ ਰਹੀ ਕਿ ਠੀਕ ਹੈ ਜੀ ਇਹ ਕਾਰਵਾਈ ਹੋਣੀ ਚਾਹੀਦੀ ਸੀ ਜੀ, ਇਹ ਲੋੜ ਸੀ ਜੀ, ਜਿਹੜੀਆਂ ਸਾਡੇ ਸਮੇਂ ਨਹੀਂ ਹੋਈਆਂ ਚਲੋ ਹੁਣ ਸਰਕਾਰ ਨੇ ਕੀਤੀ ਹੈ ਜੀ, ਅਸੀਂ ਸਵਾਗਤ ਕਰਦੇ ਹਾਂ ਜੀ, ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਇਹੀ ਜੀ ਕੋਈ ਗੱਲ ਨਹੀਂ ਕਰ ਰਹੇ। ਸਹੀ ਹੈ। ਉਹ ਇਹ ਕਹਿ ਰਹੇ ਨੇ ਕਿ ਇਹਦਾ ਮਤਲਬ ਸਰਕਾਰ ਸਭ ਤੋਂ ਡਰ ਗਈ, ਅਕਾਲੀਆਂ ਦੇ ਮਗਰ ਪੈ ਗਈ ਕਿਉਂਕਿ ਡਾਇਨਾਸੌਰ ਆ ਰਿਹਾ 227 ਚ। ਸਹੀ ਗੱਲ। ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸ਼ਿਵਕਲੀ ਹਵਾ ਭਰੀ ਹੈ ਇਹਨਾਂ ਨੇ। ਅੱਛਾ, ਉਹਨੂੰ ਡਾਇਨਾਸੌਰ ਬਣਾਈ ਫਿਰਦੇ ਨੇ। ਹਵਾ ਆਪਾਂ ਕੱਢ ਦੇਣੀ ਆ। ਕੀ ਹਵਾ ਕੱਢੀ ਹੈ ਪਹਿਲੀ ਕਿ ਪਹਿਲੀ ਸੂਈ ਮਾਰੀ ਹੈ ਜੀ। ਤੇ ਇਹਦੇ ਨਾਲ ਹੀ ਚਰਚਾ ਇਹ ਤੁਰ ਪਈ ਕਿ ਕੀ ਆਮ ਆਦਮੀ ਪਾਰਟੀ, ਜਿਹਦੇ ਬਾਰੇ ਆਪਾਂ ਪਿਛਲੇ 3-4 ਦਿਨਾਂ ਤੋਂ ਲਗਭਗ ਹਫ਼ਤੇ ਖੰਡ ਤੋਂ ਇਸ ਪਹਿਲੂ ਤੇ ਗੱਲ ਕਰਦੇ ਆ ਰਹੇ ਕਿ ਉਹ 2027 ਦੀਆਂ ਚੋਣਾਂ ਪੰਥਕ ਏਜੰਡੇ ਤੇ ਲੜਨਾ ਚਾਹੁੰਦੀ ਆ, ਕਿ ਉਸ ਵੱਲ ਨੂੰ ਵਧਾਇਆ ਗਿਆ ਅਗਲਾ ਕਦਮ ਹੈ। ਸਹੀ ਹੈ। ਖਾਸ ਕਰਕੇ ਸ਼੍ਰੋਮਣੀ ਕਮੇਟੀ ਔਰ ਬਾਦਲ ਧਿਰ ਦੇ ਉਲਟ ਜਿਹੜੀਆਂ ਧਿਰਾਂ ਖੜੀਆਂ ਨੇ ਉਹ ਸਰਕਾਰ ਦੀ ਪਿੱਠ ਤੇ ਆ ਜਾਣਗੀਆਂ ਜੀ। ਉਹ ਸਾਰੀਆਂ ਨੂੰ ਮਜਬੂਰਨ ਸਰਕਾਰ ਦੀ ਹਮਾਇਤ ਕਰਨੀ ਪਊਗੀ। ਉਹ ਜੇ ਇਸ ਨੂੰ ਗਲਤ ਕਿਵੇਂ ਕਹਿ ਦੇਣਗੀਆਂ, ਜੇ ਉਹ ਇਸ ਕਾਰਵਾਈ ਨੂੰ ਸਹੀ ਠਹਿਰਾਉਂਦੀਆਂ ਨੇ ਤਾਂ ਇਹਦਾ ਮਤਲਬ ਆਮ ਆਦਮੀ ਪਾਰਟੀ ਪੰਥਕ ਵਿਹੜੇ ਦੇ ਵਿੱਚ ਆਪਣੇ ਆਪ ਨੂੰ ਪਾਸ ਹੋਇਆ ਮਹਿਸੂਸ ਕਰੂਗੀ। ਸਹੀ ਗੱਲ। ਤੇ ਇਸ ਤੋਂ ਫਿਰ ਜੇ ਹਿੰਮਤ ਵਧੀ ਤਾਂ ਉਹ ਕਹਿੰਦੇ ਕਿ ਇਹ ਅੱਜ ਸੁਖਬੀਰ ਦਾ PA ਆ, ਸੁਖਬੀਰ ਦਾ CA ਆ, ਸੁਖਬੀਰ ਦਾ ਨੇੜਲਾ ਏ, ਕੱਲ ਨੂੰ ਸੁਖਬੀਰ ਆ। ਪਤਾ ਇਹ ਵੀ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਇਸ ਸਵਾਲ ਦੇ ਉੱਤੇ ਦੁਵਿਧਾ ਚ ਆ ਜੀ। ਸਰਕਾਰ ਜਾਂ ਆਮ ਆਦਮੀ ਪਾਰਟੀ ਦਾ ਨੀਤੀ ਘੜ ਵੀ ਕਿਹੜੇ 11-15 ਨੇ, ਇੱਕ ਕੇਜਰੀਵਾਲ, ਇੱਕ ਮਨੀਸ਼ ਸਿਸੋਦੀਆ, ਬਾਕੀ ਤਾਂ ਫਿਰ ਵਿਵੇਕ ਕੁਮਾਰ ਵਰਗੇ ਹੀ ਨੇ ਜਾਂ ਭਗਵੰਤ ਮਾਨ ਹੋਰੀ ਨੇ ਜਿਹੜੇ ਨਾਲ ਬਿਠਾ ਕੇ ਲਿਜਾਣੇ ਪੈਂਦੇ ਚੌਪਰ ਜੇ ਝੂਠਾ ਦਵਾਉਣਾ ਹੋਵੇ। ਸੋ ਉਹਨਾਂ ਦੇ ਚ ਗੱਲ ਕਰਨੀ ਹੁੰਦੀ ਤੇ ਉਹਨਾਂ ਦੇ ਵਿੱਚ ਕਹਿੰਦੇ ਕਿ ਇਹ ਗੱਲ ਜ਼ਰੂਰ ਹੋ ਰਹੀ ਆ ਕਿ ਵੀ ਜੇ ਸੁਖਬੀਰ ਨੂੰ ਗ੍ਰਿਫਤਾਰ ਕਰੀਏ ਕਿਤੇ ਕੈਪਟਨ ਵਾਲੀ ਤਾਂ ਨਹੀਂ ਹੋਊਗੀ ਆਪਣੇ ਨਾਲ। ਸਹੀ। ਕੈਪਟਨ ਨੇ ਜਦੋਂ ਬਾਦਲ ਪਿਓ ਪੁੱਤ ਗ੍ਰਿਫਤਾਰ ਕੀਤੇ ਸੀ ਉਸ ਤੋਂ ਬਾਅਦ ਉਹਨਾਂ ਦਾ ਵਾਪਸੀ ਹੋ ਗਈ ਸੀ ਜੀ, ਹੈ ਨਾ। ਸਹੀ ਗੱਲ। ਹਾਂਜੀ ਬਿਲਕੁਲ। ਤੇ ਦੂਜੇ ਪਾਸੇ ਇਹ ਵੀ ਹੈ ਕਹਿੰਦੇ ਕਿ ਉਸ ਸਮੇਂ ਮਾਮਲਾ ਸੀ ਭ੍ਰਿਸ਼ਟਾਚਾਰ ਦਾ, ਨਿੱਜੀ ਆਮਦਨ ਦਾ, ਜਾਇਦਾਦ ਦਾ, ਉਹ ਹੋਰ ਤਰ੍ਹਾਂ ਦਾ ਮਾਮਲਾ ਹੁੰਦਾ ਹੈ, ਪਰ ਇੱਥੇ ਭਾਵਨਾਤਮਕ ਮਾਮਲਾ ਜੀ। ਤੇ ਇਸ ਮਾਮਲੇ ਦੇ ਵਿੱਚ ਕਿ ਜੇ ਕਾਰਵਾਈ ਹੋਊਗੀ ਤਾਂ ਹੁਣ ਸ਼ਾਇਦ ਉਹੋ ਜਿਹਾ ਮਾਹੌਲ ਨਹੀਂ ਬਣਨਾ, ਇਸ ਲਈ ਹੋਣੀ ਚਾਹੀਦੀ ਹੈ। ਉਲਟਾ ਇਹ ਸੋਚਿਆ ਜਾ ਰਿਹਾ ਸੱਤਾਧਾਰੀ ਧਿਰ ਵੱਲੋਂ ਕਿ ਜੇ ਸੁਖਬੀਰ ਨੂੰ ਹੱਥ ਪਾਈਏ ਤਾਂ ਕਿਹੜਾ ਅਕਾਲੀ ਦਲ ਬਚੂਗਾ ਫਿਰ ਜੀ।
ਤਾਂ ਜਿਹੜੀ ਧਿਰ ਸੁਖਬੀਰ ਨਾਲ ਖੜੀ ਹੈ ਉਹ ਕਿੰਨੀ ਕੁ ਤਾਕਤਵਰ ਹੈ, ਕਿਹੜਾ ਚਿਹਰਾ ਉੱਪਰ ਕੇ ਸਾਹਮਣੇ ਆ ਸਕਦਾ, ਕੌਣ ਲੜਾਈ ਲੜਨ ਦੀ ਸਮਰੱਥਾ ਰੱਖਦਾ। ਤੇ ਉਹ ਇਹਦੇ ਵਿੱਚੋਂ ਪਿਛਲਾ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਦੇਖ ਰਹੇ ਨੇ ਕਿ ਵਿਕਰਮ ਮਜੀਠੀਆ ਨੂੰ ਗ੍ਰਿਫਤਾਰੀ ਕਰਨ ਤੋਂ ਬਾਅਦ ਕਿਹੋ ਜਿਹਾ ਨਰੇਟਿਵ ਖੜਾ ਹੋਇਆ, ਜਦ ਤੱਕ ਤਾਂ ਸੁਖਬੀਰ ਵੀ ਬਾਹਰ ਸੀ। ਸੋ ਲੈ ਦੇ ਕੇ ਉਹਨਾਂ ਦੇ ਮਨ 'ਚ ਇਹ ਸਵਾਲ ਹੈਗਾ ਕਿ ਸੁਖਬੀਰ ਹੀ ਅਕਾਲੀ ਦਲ ਤੇ ਅਕਾਲੀ ਦਲ ਹੀ ਸੁਖਬੀਰ ਜੇ ਇਸੇ ਨੂੰ ਚੱਕ ਲਿਆ ਫਿਰ ਅਕਾਲੀ ਦਲ ਖਿੱਲਰ ਜੂ ਤੇ ਸਾਡੇ ਕੋਲ ਪੰਥਕ ਵੋਟ ਹੋਰ ਮਜ਼ਬੂਤੀ ਨਾਲ ਆ ਸਕਦੀ ਹੈ। ਹੁਣ ਇਹਦੇ ਜੋੜ ਘਟਾ ਲਾਏ ਜਾ ਰਹੇ ਨੇ, ਇਸ ਜੋੜ ਘਟਾ ਦੇ ਵਿੱਚੋਂ ਕਿਹੜੇ ਫੈਸਲੇ ਤੇ ਜਾਂਦੇ ਨੇ ਉਹ ਆਉਂਦਾ ਸਮਾਂ ਦੱਸੂਗਾ। ਪਰ 328 ਲਾਪਤਾ ਪਾਵਨ ਸਰੂਪ ਦੇ ਮਾਮਲੇ ਦੇ ਵਿੱਚ ਸਤਿੰਦਰ ਕੋਹਲੀ ਦੀ ਗ੍ਰਿਫਤਾਰੀ ਕਰਕੇ ਸਰਕਾਰ ਨੇ ਸੰਕੇਤ ਜ਼ਰੂਰ ਦਿੱਤਾ ਕਿ ਅਸੀਂ ਇਹਨੂੰ 2027 ਤੱਕ ਖਿੱਚ ਕੇ ਵੀ ਲੈ ਕੇ ਜਾਵਾਂਗੇ ਮਾਮਲੇ ਨੂੰ। ਇਸ ਮਾਮਲੇ 'ਚ ਹੋਰ ਗ੍ਰਿਫਤਾਰੀਆਂ ਵੀ, ਹੋਰ ਕਾਰਵਾਈ ਵੀ ਹੁੰਦੀ ਦਿਖ ਸਕਦੀ ਆ। ਚੰਗੀ ਗੱਲ ਹੈ, ਲੋਕ ਚਾਹੁੰਦੇ ਨੇ, ਸੰਗਤ ਚਾਹੁੰਦੀ ਹੈ, ਨਾਨਕ ਨਾਮ ਲੈਵਾ ਸੰਗਤ ਚਾਹੁੰਦੀ ਹੈ ਕਿ ਸਾਨੂੰ ਸੱਚ ਪਤਾ ਲੱਗੇ, ਦੋਸ਼ੀ ਕਟਹਿਰੇ 'ਚ ਜਾਣ। ਪਰ ਨਾਲ ਹੀ ਸੰਗਤ ਦਾ ਉਹ ਸਵਾਲ ਅਜੇ ਤੱਕ ਜਿਉਂਦਾ ਤਿਉਂ ਖੜਾ ਹੈ ਕਿ ਬਈ ਜਿਹੜੇ ਬੇਅਦਬੀ ਦੇ ਮਾਮਲੇ ਨੇ ਉਹਨਾਂ 'ਚ ਇਨਸਾਫ ਕਰੋ। ਇਹ ਮਾਮਲਾ ਸਿਰਫ ਰਾਜਨੀਤਿਕ ਤੌਰ ਤੇ ਤਾਂ ਨਹੀਂ ਉਭਾਰਿਆ ਜਾ ਰਿਹਾ, ਜਾਂ ਸੱਚਮੁੱਚ ਤੁਸੀਂ ਦਿਲੋਂ ਸਮਰਪਿਤ ਹੋ, ਤਾਂ ਫਿਰ ਜੇ ਦਿਲੋਂ ਸਮਰਪਿਤ ਹੋ ਗੁਰੂ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਤਾਂ ਫਿਰ ਲਾਪਤਾ ਦੇ ਨਾਲ ਬੇਅਦਬੀ ਵਾਲਾ ਮਾਮਲਾ ਵੀ ਉਹਦੇ ਨਾਲ ਵੀ ਗੰਭੀਰ ਹੈ ਜੀ। ਪਰ ਨਾ ਤਾਂ ਅਕਾਲੀ ਸਵਾਲ ਕਰ ਸਕਦੇ ਹੋ, ਨਾ ਕਾਂਗਰਸੀ ਕਰਨ ਜੋਗੇ ਹੈ। ਸਿਆਸੀ ਜਮਾਤ ਤਾਂ ਉਹ ਸਵਾਲ ਸਰਕਾਰ ਨੂੰ ਕਰ ਨਹੀਂ ਸਕਦੀ, ਕਿਉਂਕਿ ਉਹ ਅਗਲੇ ਉਲਟਾ ਬਾਹਰ ਆਊਗਾ ਵੀ ਤੁਸੀਂ ਕੀ ਕਰ ਰਹੇ ਆਪਣੇ ਟਾਈਮ 'ਚ। 2015 ਦਾ ਮਾਮਲਾ ਜੀ, ਲੋਕਾਂ ਨੇ ਤੁਹਾਨੂੰ ਵਾਰ-ਵਾਰ ਮੌਕੇ ਦਿੱਤੇ, ਤੁਸੀਂ ਕਿਉਂ ਨਹੀਂ ਹੱਲ ਕੀਤਾ, ਤੁਹਾਡੇ ਰਾਹ 'ਚ ਹੋਇਆ। ਸੋ ਇਸ ਲਈ ਉਹ ਤਾਂ ਸਿਆਸੀ ਜਮਾਤ ਸਵਾਲ ਕਰ ਨਹੀਂ ਸਕਦੀ, ਲੈ ਦੇ ਕੇ ਸਵਾਲ ਜਾਂ ਲੋਕਾਂ ਨੂੰ ਕਰਨਾ ਪੈਣਾ ਜਾਂ ਤੁਹਾਨੂੰ ਸਾਨੂੰ। ਤੇ ਇਸ ਲਈ ਉਹ ਸਵਾਲ ਨਾ ਉੱਠੇ, ਉਹਦੇ ਨਾਲੋਂ ਪਹਿਲਾਂ ਇਸ ਸਵਾਲ ਦੇ ਉੱਤੇ ਅੱਗੇ ਵਧ ਰਹੇ ਨੇ। ਸੋ 328 ਲਾਪਤਾ ਪਾਵਨ ਸਰੂਪਾਂ ਦਾ ਮਾਮਲਾ ਜੀ ਸੰਗਤੀ ਰੂਪ ਦੇ ਵਿੱਚ, ਭਾਵਨਾਤਮਕ ਰੂਪ ਦੇ ਵਿੱਚ ਇਨਸਾਫ ਤੱਕ ਜਾਂਦਾ ਜਾਂ ਨਹੀਂ ਜਾਂਦਾ, ਇਹ ਤਾਂ ਵਕਤ ਤੈਅ ਕਰੂਗਾ। ਪਰ ਰਾਜਨੀਤਿਕ ਤੌਰ ਤੇ 2027 ਦਾ ਇਹ ਮੁੱਖ ਏਜੰਡਾ ਜ਼ਰੂਰ ਹੋਊਗਾ। ਹਾਂਜੀ ਬਿਲਕੁਲ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਸੀ ਵੀ ਉਹ ਸੁਖਬੀਰ ਦੀ ਗ੍ਰਿਫਤਾਰੀ ਦੀ, ਇਹਦੇ ਵਿੱਚ ਇੱਕ ਪਹਿਲੂ ਇਹ ਵੀ ਹੋ ਸਕਦਾ ਸ਼ਰਮਾ ਜੀ, ਮੈਂ ਤੁਹਾਡੇ ਤੋਂ ਸਵਾਲ ਦੇ ਰੂਪ ਦੇ ਵਿੱਚ ਜਾਣਨਾ ਚਾਹੁੰਦਾ ਕਿ ਵੀ ਕਈ ਵਾਰੀ ਤੁਹਾਨੂੰ ਪੋਲੀਟੀਕਲ ਬਾਰਗੇਨਿੰਗ ਕਰਨ ਦੇ ਲਈ ਵੀ ਕਈ ਜਿਹੜੇ ਤਕੜੇ ਤਾਕਤਵਰ ਲੋਕ ਹੁੰਦੇ ਉਹਨਾਂ ਦੇ ਆਲੇ ਦੁਆਲੇ ਘੇਰਾ ਪਾ ਲਿਆ ਜਾਂਦਾ, ਬਾਅਦ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਹੈ ਅੰਦਰ ਖਾਤੇ ਜਿਹੜੇ ਕਹਿੰਦੇ ਅੰਡਰ ਦਾ ਟੇਬਲ ਕੋਈ ਗੱਲਬਾਤ ਹੋ ਜਾਂਦੀ ਹੈ, ਫਿਰ ਤੁਸੀਂ ਸੌਦੇਬਾਜ਼ੀ 'ਚ ਵੀ ਪੈ ਜਾਂਦੇ। ਇਹ ਵੀ ਸਿਆਸਤ ਦਾ ਇੱਕ ਪਹਿਲੂ ਦੇਖਦੇ ਆਪਾਂ। ਕੁਛ ਵੀ ਸੰਭਵ ਹੈ, ਸੌਦੇਬਾਜ਼ੀਆਂ ਤਾਂ ਮਾਹਰ ਨੇ ਕੇਜਰੀਵਾਲ ਜੀ। ਜੀ ਜੀ ਬਿਲਕੁਲ। ਕੋਈ ਉਹ ਗੱਲ ਨਹੀਂ ਗੀ ਕਿ ਹਾਂ ਰਾਸ਼ਟਰੀ ਪਾਰਟੀ ਹੋਵੇ ਕਹਾਣ ਨੂੰ ਤੇ ਇੰਡੀਆ ਗੱਠਜੋੜ ਦੇ ਹਿੱਸੇਦਾਰ ਬਣ ਜਾਓ ਤੇ ਬਾਅਦ ਚੋਂ ਗੁਜਰਾਤ ਤੋਂ, ਰਾਜਸਥਾਨ ਤੋਂ, ਹਰਿਆਣਾ ਤੋਂ ਜਿਤਾਉਣ ਬਿਹਾਰ ਤੱਕ ਬੀਜੇਪੀ ਨੂੰ ਚਲੇ ਜਾਓ। ਸੋ ਇਸ ਦੀ ਸੌਦੇਬਾਜ਼ੀਆਂ ਹੀ ਨੇ, ਫਿਰ ਹੋਰ ਕੀ ਨੇ। ਜੀ ਜੀ ਬਿਲਕੁਲ। ਸੌਦਾ ਹੋਣ ਨੂੰ ਕੀ ਹੈ, ਮਸਲਾ ਤਾਂ 2027 'ਚ ਜਿੱਤਣ ਦਾ ਨਾ, ਉਹਦੇ ਲਈ ਕੁਝ ਵੀ ਕਰ ਸਕਦੇ। ਜੇ ਗ੍ਰਿਫਤਾਰੀ ਕਰਕੇ ਸਜ਼ਾ ਤਾਂ ਉਧਰ ਨੂੰ ਜਾਣਗੇ, ਜੇ ਸੌਦਾ ਕਰਕੇ ਸਜ਼ਾ ਉਧਰ ਨੂੰ ਜਾਣਗੇ। ਪਰ ਇਹ ਮਾਮਲਾ 2027 ਤੱਕ ਖਿੱਚੂਗਾ, ਇਹ ਦੇਖਣ ਲੱਗਦਾ। ਜੀ ਜੀ ਬਿਲਕੁਲ।